अंगम करगेदा वेक्कमडगेदा मुत्तम तोडरेदा सोके ताणे पोहिरे निनानुम कुंज नाला हुरहदे मरहदे। ਲਿਰਿਕਸ ਜਿਹੜੇ ਨੇ ਉਹਨਾਂ ਨੂੰ ਸਮਝਣਾ ਪੈਂਦਾ ਕਿਉਂਕਿ ਉਹਨਾਂ ਨੂੰ ਟਰਾਂਸਲੇਟ ਕਰਨਾ ਹੀ ਪੈਣਾ ਸਾਨੂੰ, ਕਿਉਂਕਿ ਸਾਡੇ ਨੇਟਿਵ ਜਿਹੜੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨਹੀਂ ਰਹਿੰਦੇ ਜਿਨ੍ਹਾਂ ਤੋਂ ਅਸੀਂ ਉਹ ਪ੍ਰੂਫ ਕਰਵਾ ਲਈਏ ਕਿ ਹਾਂਜੀ ਜੋ ਅਸੀਂ ਸਮਝ ਰਹੇ ਹਾਂ ਠੀਕ ਹੈ। ਮੈਂ ਹਾਲਾਂਕਿ ਗਾਣਾ ਜਿਹੜਾ ਗੀਤ ਹੈ ਉਹਨੂੰ ਹਜ਼ਾਰਾਂ ਵਾਰ ਸੁਣਦਾ ਮੈਨੂੰ ਲੱਗਦਾ, ਅਤੇ ਉਹ ਸੈਂਕੜੇ ਹਜ਼ਾਰਾਂ ਵਾਰ ਸੁਣਨ ਤੋਂ ਬਾਅਦ ਉਹਨੂੰ ਆਪਣੇ ਹੱਥਾਂ ਦੇ ਨਾਲ ਜੋ ਮੈਂ ਸਮਝਦਾ ਉਹਨੂੰ ਲਿਖਣ ਤੋਂ ਬਾਅਦ ਫਿਰ ਵੈਰੀਫਾਈ ਕਰਦਾ ਔਨਲਾਈਨ ਕਿ ਜੋ ਮੈਂ ਲਿਖਿਆ ਉਹ ਸਹੀ ਲਿਖਿਆ, ਔਰ ਉਸ ਤੋਂ ਬਾਅਦ ਉਹਦਾ ਮਤਲਬ ਕੀ ਹੈ ਉਹਨੂੰ ਸਮਝਣ ਤੋਂ ਬਾਅਦ ਉਸ ਭਾਵਨਾ ਦੇ ਵਿੱਚ ਤਾਂ ਜਾਇਆ ਜਾਂਦਾ ਹੈ। ਇੱਕ ਹੋਰ ਟੈਲੈਂਟ ਤੁਹਾਡੇ ਵਿੱਚ ਅਦਾਇਗੀ ਦਾ ਕਿਹਾ ਜਾਂਦਾ, ਤੁਸੀਂ ਬੜੇ ਵਧੀਆ ਐਕਟਰ ਵੀ ਹੋ। ਇੱਕ ਫਿਲਮ ਆਈ ਸੀ ਤੁਹਾਡੀ ਸਰਦਾਰ ਊਧਮ, ਉਸ ਵਿੱਚ ਬੜਾ ਬਾਕਮਾਲ ਤੁਹਾਡਾ ਇੱਕ ਰੋਲ ਸੀ, ਤੁਸੀਂ ਐਸਐਸਪੀ ਪਟਿਆਲਾ ਬਣੇ ਹੋਏ ਹੋ ਉਹਦੇ ਵਿੱਚ। ਉਸ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਉਹ ਕਿੱਦਾਂ ਦਾ ਰੋਲ ਸੀ, ਕਿਵੇਂ ਤੁਹਾਨੂੰ ਮਿਲਿਆ ਔਰ ਕਿੱਦਾਂ ਤੁਸੀਂ ਨਿਭਾਇਆ ਉਸ ਰੋਲ ਨੂੰ। ਐਸਪੀ ਪਟਿਆਲਾ ਦਾ ਕਿਰਦਾਰ ਮਿਲਣਾ ਮੇਰੇ ਲਈ ਬੜੀ ਵੱਡੀ ਗੱਲ ਸੀ। ਐਕਚੁਅਲ 'ਚ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੂੰਗਾ ਔਨ ਦਿਸ ਪਲੈਟਫਾਰਮ ਕਿ ਮੈਂ ਲੁਧਿਆਣੇ ਦਾ ਵਸਨੀਕ ਹਾਂ। ਆਡੀਸ਼ਨਸ ਅੰਮ੍ਰਿਤਸਰ ਹੋ ਰਹੇ ਸੀ ਅਤੇ ਬੜੀ ਇਹ ਵੱਡਾ ਕੰਪਰਸ਼ਨ ਸੀਗਾ ਕਿ ਅੰਮ੍ਰਿਤਸਰ ਦੇ ਹੀ ਨੇਟਿਵ ਪੀਪਲ ਚਾਹੀਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਹੋਣ। ਫਿਰ ਉੱਥੇ ਗੱਲ ਆ ਜਾਂਦੀ ਕਿ ਮੇਰੀ ਮਾਂ ਮੇਰੇ ਲਈ ਹਰ ਟਾਈਮ ਸਹਾਈ ਰਹੀ, ਮੇਰੇ ਨਾਨਕੇ ਅੰਮ੍ਰਿਤਸਰ ਨੇ, ਅਤੇ ਜਦੋਂ ਮੈਨੂੰ ਪਤਾ ਲੱਗਿਆ ਸੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਜੀ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ, ਤਾਂ ਇੱਦਾਂ ਦੀ ਕੋਈ ਗੱਲ ਨਹੀਂ, ਅਤੇ ਸਰ ਆਪ ਆਧੇ ਘੰਟੇ ਤੱਕ ਆ ਸਕਤੇ ਹੈ ਨਾ, ਪਹੁੰਚ ਜਾਏਂਗੇ ਨਾ। ਮੈਂ ਕਿਹਾ ਜੀ ਬਿਲਕੁਲ ਪਹੁੰਚ ਜਾਵਾਂਗੇ। ਸਾਡੇ ਵਰਗੇ ਨਿਊ ਕਮਰਸ ਨੂੰ ਇੱਦਾਂ ਲੱਗਦਾ ਹੈ ਕਿ ਚਲੇ ਜਾਓ ਪਤਾ ਨਹੀਂ ਕੰਮ ਮਿਲਣਾ ਨਹੀਂ ਮਿਲਣਾ, ਪਰ ਬਾਲੀਵੁੱਡ ਇੰਡਸਟਰੀ ਨੇ ਪੰਜਾਬ ਦੇ ਵਿੱਚ ਜਦੋਂ ਜੇਕਰ ਸਹੀ ਹੱਥਾਂ ਦੇ ਵਿੱਚੋਂ ਤੁਸੀਂ ਆ ਜਾਂਦੇ ਹੋ, ਲਾਈਕ ਸੁਰਜੀਤ ਸਰਕਾਰ ਔਰ ਜੋਗੀ ਮਲੰਗ ਸਰ ਹੋਰ ਵਰਗੇ ਹੱਥਾਂ ਦੇ ਵਿੱਚ ਆਏ, ਤਾਂ ਤੁਹਾਨੂੰ ਅੱਛੀ ਖਾਸੀ ਅਮਾਊਂਟ ਦੇ ਨਾਲ ਇੱਜ਼ਤ ਮਾਣ ਦੇ ਨਾਲ ਇੱਕ ਆਰਟਿਸਟ ਨੂੰ ਪ੍ਰਮੋਟ ਕੀਤਾ ਜਾਂਦਾ। ਦੇ ਗਿਵ ਮੀ ਦਾ ਫਸਟ ਵੈਨਿਟੀ ਆਫ ਮਾਈ ਲਾਈਫ। ਮੈਨੂੰ ਪਹਿਲੀ ਵੈਨਿਟੀ ਵੈਨ ਮਿਲੀ ਅਤੇ ਮੈਨੂੰ ਲੱਗ ਰਿਹਾ ਸੀ ਮੈਂ ਕਿਤੇ ਥੜੇ 'ਤੇ ਬਹਿ ਕੇ ਤਿਆਰ ਹੋਣਾ ਹੋਊਗਾ, ਸ਼ਾਇਦ ਇੱਦਾਂ ਦਾ ਕੋਈ ਛੋਟਾ ਮੋਟਾ ਰੋਲ ਹੋਊਗਾ। ਬਟ ਜਦੋਂ ਮੈਨੂੰ ਪਤਾ ਲੱਗਿਆ ਸੀਗਾ ਕਿ ਆਡੀਸ਼ਨ ਜਿਹੜੇ ਨੇ ਐਸਪੀ ਪਟਿਆਲਾ ਦੇ ਨੇ ਅਤੇ ਦੇ ਸਿਲੈਕਟਡ ਮੀ ਫॉर ਦੈਟ। ਵੇਖਿਆ ਜਾਂਦਾ ਕਿ ਤੁਸੀਂ ਖਬਰਾਂ ਵੀ ਬਹੁਤ ਵਧੀਆ ਪੜ੍ਹਦੇ ਹੋ ਔਰ ਜਿਸ ਲਿਹਾਜ਼ੇ ਦੇ ਨਾਲ ਬੋਲਦੇ ਹੋ, ਵਾਕਈ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਜਲੰਧਰ ਦੂਰਦਰਸ਼ਨ 'ਤੇ ਜਾਂ DD1 ਦੇ ਉੱਪਰ ਨਿਊਜ਼ ਪੜ੍ਹੀਆਂ ਜਾਂਦੇ ਸੀ, ਐਜ਼ ਇਟ ਇਜ਼ ਤੁਹਾਡਾ ਉਹੀ ਲਹਿਜਾ ਹੁੰਦਾ। ਉਸ ਬਾਰੇ ਦੱਸੋ ਕਿ ਉਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ? ਇੱਕਦਮ ਗਾਇਕੀ, ਉਸ ਤੋਂ ਬਾਅਦ ਅਦਾਇਗੀ ਅਤੇ ਫਿਰ ਨਿਊਜ਼ ਚੈਨਲਸ ਦੇ ਉੱਪਰ ਜਾਣਾ, ਉਹ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਉਹ ਕਿੱਦਾਂ ਦਾ ਸਫ਼ਰ ਸੀਗਾ। ਮੈਨੂੰ ਪੰਜਾਬੀ ਲਿਖਣ ਦਾ ਬੜਾ ਸ਼ੌਂਕ ਸੀ, ਟਾਈਪ ਕਰਨ ਦਾ ਸ਼ੌਂਕ ਸੀ, ਮੈਨੂੰ ਸ਼ੌਂਕ ਸੀ। ਓਫੀਸ਼ੀਅਲੀ ਮੈਂ ਇਹਦੀ ਕੋਈ ਡਿਗਰੀ ਨਹੀਂ ਸੀ, ਡਿਪਲੋਮਾ ਨਹੀਂ ਸੀ ਕੀਤਾ ਹੋਇਆ। ਦੈਨ ਆਈ ਵੈਂਟ ਟੂ ਨਿਊਜ਼ ਏਜੰਸੀ ਅਤੇ ਮੈਂ ਉਹਨਾਂ ਦੇ ਕੋਲ ਅਨਫੋਰਚੂਨੇਟਲੀ ਮੈਂ ਐਜ਼ ਅ ਪੰਜਾਬੀ ਟਾਈਪਿਸਟ ਉੱਥੇ ਜਦੋਂ ਜੁਆਇਨ ਕਰ ਲਿਆ। ਟਾਈਪ ਕਰਦਿਆਂ ਮੈਂ ਖਬਰਾਂ ਪੜ੍ਹਨੀਆਂ, ਮੈਨੂੰ ਐਂ ਲੱਗਣਾ ਕਿ ਆਪਣੇ ਸੀਨੀਅਰ ਨਾਲ ਗੱਲ ਕਰਨੀ ਵੀ ਭਾਅ ਜੀ ਉਹ ਖਬਰਾਂ ਪੜ੍ਹ ਰਹੇ, ਦੇਖੋ ਕਿੱਦਾਂ ਹੈ ਨਾ, ਫਲੋ ਬਹੁਤ ਤੇਜ਼ ਆਏ ਸਲੋ ਆਏ, ਡਿਸਕਸ਼ਨ ਹੁੰਦਾ ਰਹਿਣਾ। ਅਤੇ ਖਬਰਾਂ ਪੜ੍ਹਨ ਦਾ ਇੱਕ ਕਲਚਰ ਹੈ ਵੈਸੇ ਦੂਰਦਰਸ਼ਨ ਦੇ ਉੱਤੇ ਕਿ ਉੱਥੇ ਅਸੀਂ ਜ਼ਿਆਦਾ ਹਾਈਪ ਦੇ ਕੇ ਖਬਰ ਨੂੰ ਨਹੀਂ ਕਦੀ ਵੀ ਪੜ੍ਹਦੇ, ਕਿਉਂਕਿ ਖਬਰ ਸੋਬਰ ਹੈ, ਸਰਕਾਰੀ ਚੈਨਲ ਹੈ, ਤਾਂ ਉੱਥੇ ਇੱਕ ਬੜੇ ਰੈਪੂਟੇਟਡ ਵੇ ਦੇ ਵਿੱਚ ਇੱਕ ਬੜੀ ਜ਼ਹਿਨੀਅਤ ਜਿਹੜੀ ਆ ਉਹ ਹੰਬਲ ਰੱਖ ਕੇ ਔਰ ਤੁਹਾਡਾ ਇੱਕ ਫਲੋ ਕਿ ਹਰ ਗੱਲ ਔਰ ਜਿਹੜੀ ਸਰੋਤੇ ਨੇ ਦਰਸ਼ਕ ਨੇ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ। ਖਬਰ ਤੱਕ ਸੀਮਤ ਰਹਿਣਾ, ਅਸੀਂ ਉਹਦੇ 'ਚ ਮਸਾਲਾ ਨਹੀਂ ਪਾਉਂਦੇ ਅਤੇ ਖਬਰਾਂ ਪੜ੍ਹ ਦਿੰਦੇ ਹਾਂ ਕਿ ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਤੋਂ अंगम करगेदा वेक्कमडगेदा मुत्तम तोडरेदा सोके ताणे पोहिरे निनानुम कुंज नाला हुरहदे मरहदे। ਮਤਲਬ ਲਿਰਿਕਸ ਜਿਹੜੇ ਨੇ ਉਹਨਾਂ ਨੂੰ ਸਮਝਣਾ ਪੈਂਦਾ ਕਿਉਂਕਿ ਉਹਨਾਂ ਨੂੰ ਟਰਾਂਸਲੇਟ ਕਰਨਾ ਹੀ ਪੈਣਾ ਸਾਨੂੰ, ਕਿਉਂਕਿ ਸਾਡੇ ਨੇਟਿਵ ਜਿਹੜੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨਹੀਂ ਰਹਿੰਦੇ ਜਿਨ੍ਹਾਂ ਤੋਂ ਅਸੀਂ ਉਹ ਪ੍ਰੂਫ ਕਰਵਾ ਲਈਏ ਕਿ ਹਾਂਜੀ ਜੋ ਅਸੀਂ ਸਮਝ ਰਹੇ ਹਾਂ ਠੀਕ ਹੈ। ਸੋ ਔਨਲਾਈਨ ਸਾਡੇ ਲਈ ਬੜੇ ਸੁਖਾਲਾ ਹੋ ਚੁੱਕਾ ਇੰਟਰਨੈਟ ਦੇ ਮਾਧਿਅਮ ਨਾਲ ਕਿ ਅਸੀਂ ਭਾਸ਼ਾ ਸਿੱਖ ਸਕਦੇ ਹਾਂ ਕੋਈ। ਅਤੇ ਮੈਂ ਹਾਲਾਂਕਿ ਗਾਣਾ ਜਿਹੜਾ ਗੀਤ ਹੈ ਉਹਨੂੰ ਹਜ਼ਾਰਾਂ ਵਾਰ ਸੁਣਦਾ ਮੈਨੂੰ ਲੱਗਦਾ, ਅਤੇ ਉਹ ਸੈਂਕੜੇ ਹਜ਼ਾਰਾਂ ਵਾਰ ਸੁਣਨ ਤੋਂ ਬਾਅਦ ਉਹਨੂੰ ਆਪਣੇ ਹੱਥਾਂ ਦੇ ਨਾਲ ਜੋ ਮੈਂ ਸਮਝਦਾ ਉਹਨੂੰ ਲਿਖਣ ਤੋਂ ਬਾਅਦ ਫਿਰ ਵੈਰੀਫਾਈ ਕਰਦਾ ਔਨਲਾਈਨ ਕਿ ਜੋ ਮੈਂ ਲਿਖਿਆ ਉਹ ਸਹੀ ਲਿਖਿਆ, ਔਰ ਉਸ ਤੋਂ ਬਾਅਦ ਉਹਦਾ ਮਤਲਬ ਕੀ ਹੈ ਉਹਨੂੰ ਸਮਝਣ ਤੋਂ ਬਾਅਦ ਉਸ ਭਾਵਨਾ ਦੇ ਵਿੱਚ ਤਾਂ ਜਾਇਆ ਜਾਂਦਾ। ਸੂਰੀ ਸਾਹਿਬ, ਇਹ ਤਾਂ ਅਸੀਂ ਸੰਗੀਤਕ ਸਫ਼ਰ ਦੀ ਗੱਲ, ਤੁਹਾਡੀ ਗਾਇਕੀ ਦੀ ਗੱਲ, ਕਿਸ ਤਰ੍ਹਾਂ ਤੁਸੀਂ ਮਿਊਜ਼ਿਕ ਸੁਣਿਆ ਔਰ ਸੁਣ ਕੇ ਸਿੱਖਿਆ, ਉਸ ਤੋਂ ਬਾਅਦ ਜਿਹੜੇ ਉਸਤਾਦਾਂ ਦੀ ਉਹਨਾਂ ਦੀ ਵੀ ਸੰਗਤ ਕੀਤੀ।
ਇੱਕ ਹੋਰ ਟੈਲੈਂਟ ਤੁਹਾਡੇ ਵਿੱਚ ਅਦਾਇਗੀ ਦਾ ਕਿਹਾ ਜਾਂਦਾ, ਤੁਸੀਂ ਬੜੇ ਵਧੀਆ ਐਕਟਰ ਵੀ ਹੋ। ਇੱਕ ਫਿਲਮ ਆਈ ਸੀ ਤੁਹਾਡੀ ਸਰਦਾਰ ਊਧਮ, ਉਸ ਵਿੱਚ ਬੜਾ ਬਾ ਕਮਾਲ ਤੁਹਾਡਾ ਇੱਕ ਰੋਲ ਸੀ। ਤੁਸੀਂ ਐਸਐਸਪੀ ਪਟਿਆਲਾ ਬਣੇ ਹੋਏ ਹੋ ਉਹਦੇ ਵਿੱਚ। ਉਸ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਉਹ ਕਿੱਦਾਂ ਦਾ ਰੋਲ ਸੀ, ਕਿਵੇਂ ਤੁਹਾਨੂੰ ਮਿਲਿਆ ਔਰ ਕਿੱਦਾਂ ਤੁਸੀਂ ਨਿਭਾਇਆ ਉਸ ਰੋਲ ਨੂੰ। ਐਸਪੀ ਪਟਿਆਲਾ ਦਾ ਕਿਰਦਾਰ ਮਿਲਣਾ ਮੇਰੇ ਲਈ ਬੜੀ ਵੱਡੀ ਗੱਲ ਸੀ। ਐਕਚੁਅਲ 'ਚ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੂੰਗਾ ਔਨ ਦਿਸ ਪਲੈਟਫਾਰਮ ਕਿ ਮੈਂ ਲੁਧਿਆਣੇ ਦਾ ਵਸਨੀਕ ਹਾਂ। ਆਡੀਸ਼ਨਸ ਅੰਮ੍ਰਿਤਸਰ ਹੋ ਰਹੇ ਸੀ ਅਤੇ ਬੜੀ ਇਹ ਵੱਡਾ ਕੰਪਰਸ਼ਨ ਸੀਗਾ ਕਿ ਅੰਮ੍ਰਿਤਸਰ ਦੇ ਹੀ ਨੇਟਿਵ ਪੀਪਲ ਚਾਹੀਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਹੋਣ, ਕਿ ਤੁਹਾਨੂੰ ਔਨ ਸ਼ੂਟ ਮੇ ਵੀ ਅੱਧੇ ਘੰਟੇ ਪਹਿਲਾਂ ਫੋਨ ਕੀਤਾ ਜਾਵੇ ਤਾਂ ਤੁਸੀਂ ਆਉਣਾ ਹੈ ਨਾ। ਅਤੇ ਮੈਨੂੰ ਇਹ ਸੀ ਕਿ ਫਿਰ ਉੱਥੇ ਗੱਲ ਆ ਜਾਂਦੀ ਕਿ ਮੇਰੀ ਮਾਂ ਮੇਰੇ ਲਈ ਹਰ ਟਾਈਮ ਸਹਾਈ ਰਹੀ, ਮੇਰੇ ਨਾਨਕੇ ਅੰਮ੍ਰਿਤਸਰ ਨੇ। ਅਤੇ ਜਦੋਂ ਮੈਨੂੰ ਪਤਾ ਲੱਗਿਆ ਸੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਜੀ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ, ਤਾਂ ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਸਰ ਆਪ ਆਧੇ ਘੰਟੇ ਤੱਕ ਆ ਸਕਤੇ ਹੈ ਨਾ, ਪਹੁੰਚ ਜਾਏਂਗੇ ਨਾ। ਮੈਂ ਕਿਹਾ ਜੀ ਬਿਲਕੁਲ ਪਹੁੰਚ ਜਾਵਾਂਗੇ। ਅਤੇ ਉਹ ਇਸ ਕਰਕੇ ਫਿਰ ਜਦੋਂ ਆਡੀਸ਼ਨ ਹੋਏ ਅਤੇ ਆਡੀਸ਼ਨ ਤੋਂ ਬਾਅਦ ਜੋਗੀ ਕਾਸਟਿੰਗ ਜਿਹੜੀ ਹੈ, ਦਿਸ ਇਜ਼ ਦ ਬਿਗੈਸਟ ਕਾਸਟਿੰਗ ਏਜੰਸੀ ਆਫ ਇੰਡੀਆ, ਅਤੇ ਜਿਨ੍ਹਾਂ ਨੇ ਪਿੱਛੇ ਜੇ ਹੁਣ RRR ਮੂਵੀ ਜਿਹੜੀ ਹੈ RRR ਮੂਵੀ ਦੀ ਕਾਸਟਿੰਗ ਕੀਤੀ ਹੈ, ਪੀਕੂ, ਪਿੰਕ, ਵਿਕੀ ਡੋਨਰ, ਬਹੁਤ ਸਾਰੀਆਂ ਬਲੌਕਬਸਟਰ ਮੂਵੀਜ਼ ਨੇ। ਉਹਨਾਂ ਨੂੰ ਜੋਗੀ ਮਲੰਗ ਸਰ ਦਾ ਆਸ਼ੀਰਵਾਦ ਮਿਲਿਆ ਸਾਨੂੰ, ਉਹਨਾਂ ਨੇ ਕਾਸਟ ਕੀਤਾ। ਔਰ ਇਸ ਫਿਲਮ ਦੇ ਡਾਇਰੈਕਟਰ ਸ਼ੁਜੀਤ ਸਰਕਾਰ ਸਰ, ਜਿਨ੍ਹਾਂ ਦੇ ਨਿਰਦੇਸ਼ਨ 'ਚ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਬੜਾ ਅੱਛਾ ਉਹਨਾਂ ਦੇ ਵੱਲੋਂ ਪ੍ਰੇਜ਼ ਮਿਲੀ ਔਨ ਡਿਊਰਿੰਗ ਜਿਹੜੀ ਹੈ ਸ਼ੂਟਿੰਗ, ਅਤੇ ਬੜਾ ਅੱਛਾ ਸੈੱਟ ਸੀ, ਕਮਾਲ ਦਾ ਸੀ। ਸਾਡੇ ਵਰਗੇ ਨਿਊ ਕਮਰਸ ਨੂੰ ਇੱਦਾਂ ਲੱਗਦਾ ਹੈ ਕਿ ਚਲੇ ਜਾਓ, ਪਤਾ ਨਹੀਂ ਕੰਮ ਮਿਲਣਾ ਨਹੀਂ ਮਿਲਣਾ, ਪਰ ਬਾਲੀਵੁੱਡ ਇੰਡਸਟਰੀ ਨੇ ਪੰਜਾਬ ਦੇ ਵਿੱਚ ਜਦੋਂ ਜੇਕਰ ਸਹੀ ਹੱਥਾਂ ਦੇ ਵਿੱਚੋਂ ਤੁਸੀਂ ਆ ਜਾਂਦੇ ਹੋ, ਲਾਈਕ ਸ਼ੁਜੀਤ ਸਰਕਾਰ ਔਰ ਜੋਗੀ ਮਲੰਗ ਸਰ ਹੋਰ ਵਰਗੇ ਹੱਥਾਂ ਦੇ ਵਿੱਚ ਆਏ, ਤਾਂ ਤੁਹਾਨੂੰ ਅੱਛੀ ਖਾਸੀ ਅਮਾਊਂਟ ਦੇ ਨਾਲ, ਇੱਜ਼ਤ ਮਾਣ ਦੇ ਨਾਲ ਇੱਕ ਆਰਟਿਸਟ ਨੂੰ ਪ੍ਰਮੋਟ ਕੀਤਾ ਜਾਂਦਾ। ਦੇ ਗਿਵ ਮੀ ਦਾ ਫਸਟ ਵੈਨਿਟੀ ਆਫ ਮਾਈ ਲਾਈਫ। ਮੈਨੂੰ ਪਹਿਲੀ ਵੈਨਿਟੀ ਵੈਨ ਮਿਲੀ ਅਤੇ ਮੈਨੂੰ ਲੱਗ ਰਿਹਾ ਸੀ ਮੈਂ ਕਿਤੇ ਥੜੇ 'ਤੇ ਬਹਿ ਕੇ ਤਿਆਰ ਹੋਣਾ ਹੋਊਗਾ, ਸ਼ਾਇਦ ਇੱਦਾਂ ਦਾ ਕੋਈ ਛੋਟਾ ਮੋਟਾ ਰੋਲ ਹੋਊਗਾ। ਬਟ ਜਦੋਂ ਮੈਨੂੰ ਪਤਾ ਲੱਗਿਆ ਸੀਗਾ ਕਿ ਆਡੀਸ਼ਨ ਜਿਹੜੇ ਨੇ ਐਸਪੀ ਪਟਿਆਲਾ ਦੇ ਨੇ, ਅਤੇ ਦੇ ਸਿਲੈਕਟਡ ਮੀ ਫॉर ਦੈਟ। ਅਤੇ ਸਰਦਾਰ ਊਧਮ 2020 ਦੇ ਵਿੱਚ ਆਈ, ਐਮਾਜ਼ੋਨ ਪ੍ਰਾਈਮ ਦੇ ਉੱਤੇ ਚੱਲ ਰਹੀ ਹੈ, ਔਰ ਜਿਹਦੇ 'ਚ ਸਟਾਰਟਅਪ ਦੇ ਵਿੱਚ ਆਈ ਕਾਲ ਟੂ ਦ ਬ੍ਰਿਟਿਸ਼ ਐਮਪਾਇਰ। ਐਂਡ ਇਨਫੋਰਮ ਦੈਮ ਕਿ ਸਰਦਾਰ ਊਧਮ ਜਿਹੜਾ ਊਧਮ ਸਿੰਘ ਹੈ, ਉਹ ਸ਼ੇਰ ਸਿੰਘ ਨਾਮ ਦੀ ਉਹਦੀ ਐਪਲੀਕੇਸ਼ਨ ਆਈ ਇੱਕ ਪਾਸਪੋਰਟ ਦੀ, ਅਤੇ ਉਹਦੇ ਬਾਰੇ ਮੈਂ ਇਤਲਾਹ ਕਰਦਾ ਵਾਂ। ਇਹ ਮੇਰਾ ਕਿਰਦਾਰ ਸੀ, ਇਹ ਮੇਰਾ ਰੋਲ ਸੀ, ਅਤੇ ਆਈ ਫੀਲ ਵੈਰੀ ਪ੍ਰਾਊਡ ਟੂ ਬੀ ਅ ਪਾਰਟ ਆਫ ਦੈਟ ਮੂਵੀ। ਸੂਰੀ ਸਾਹਿਬ, ਅਕਸਰ ਕਿਹਾ ਜਾਂਦਾ ਕਿ ਹਰ ਸ਼ਖਸ ਦੇ ਲਈ ਪਹਿਲੇ ਜਿਹੜੇ ਪ੍ਰੇਰਨਾ ਸਰੋਤ ਹੁੰਦੇ ਨੇ ਉਹ ਮਾਂ-ਬਾਪ ਹੁੰਦੇ ਨੇ। ਤੁਸੀਂ ਅਕਸਰ ਆਪਣੀਆਂ ਇੰਟਰਵਿਊਜ਼ ਦੇ ਵਿੱਚ ਆਪਣੇ ਮਦਰ ਔਰ ਆਪਣੇ ਫਾਦਰ ਸਾਹਿਬ ਦਾ ਜ਼ਿਕਰ ਕਰਦੇ ਹੋ। ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕਦੇ ਇੱਦਾਂ ਹੋਇਆ ਕਿ ਉਹਨਾਂ ਨੇ ਤੁਹਾਨੂੰ ਰੋਕ ਟੋਕ ਕੀਤੀ ਹੋਵੇ ਕਿ ਆਹ ਬੇਟਾ ਕੰਮ ਨਹੀਂ ਕਰਨਾ ਜਾਂ ਇਸ ਪਾਸੇ ਨਹੀਂ ਜਾਣਾ? ਕੋਈ ਇੱਦਾਂ ਦਾ ਵਾਕਿਆ ਜਿਹੜਾ ਫਾਦਰ ਔਰ ਮਦਰ ਨੇ ਕਿ ਹਮੇਸ਼ਾ ਤੁਹਾਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ, ਉਸ ਬਾਰੇ ਦੱਸੋ ਥੋੜ੍ਹਾ ਜਿਹਾ। ਉਹਨਾਂ ਨੇ ਕਦੀ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੂੰ ਇਸ ਪਾਸੇ ਨਹੀਂ ਜਾਣਾ। ਹਾਂ, ਬਸ ਉਹ ਇਹ ਕਹਿੰਦੇ ਹੁੰਦੇ ਸੀ, ਕਾਕਾ ਤੇਰਾ ਨਾਨਾ ਜਿੰਦਾ ਹੁੰਦਾ ਨਾ, ਅਤੇ ਉਹ ਤੈਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਕਿਉਂਕਿ ਉਹਨੂੰ ਤੇਰੀ ਸਮਝ ਸੀ ਜੋ ਤੂੰ ਕਰਨਾ ਚਾਹੁੰਦਾ ਸੀ, ਅਤੇ ਤੇਰਾ ਨਾਨਾ ਹੁੰਦਾ ਤਾਂ ਸ਼ਾਇਦ ਤੂੰ 4 ਦਿਨ ਪਹਿਲਾਂ ਇਹ ਕੰਮ ਕਰ ਲੈਂਦਾ। ਅਤੇ ਫਾਦਰ ਸਾਹਿਬ ਨੇ, ਮਾਂ ਨੇ ਬਹੁਤ ਮੇਰੀ ਸਪੋਰਟ ਕੀਤੀ। ਹਾਂ, ਫਾਈਨੈਂਸ਼ੀਅਲੀ ਅਸੀਂ ਸ਼ਾਇਦ ਇੰਨੇ ਸਟੇਬਲ ਨਾ ਰਹੇ ਹੋਈਏ ਉਸ ਵੇਲੇ ਕਿ ਹਰ ਚੀਜ਼ ਮੁਹੱਈਆ ਨਹੀਂ ਹੋ ਸਕਦੀ, ਕਿਉਂਕਿ ਗਰੀਬ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਉੱਠਦਾ, 4 ਭੈਣਾਂ ਦੀ ਜ਼ਿੰਮੇਵਾਰੀ ਹੈ, ਵੱਡੀਆਂ ਦੀ ਉਹਨਾਂ ਦੀ ਸੀਗੀ ਜ਼ਿੰਮੇਵਾਰੀ, ਉਹ ਫਾਦਰ ਸਾਹਿਬ ਦੇ ਉੱਤੇ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ, ਇਸ ਕਰਕੇ ਮੈਂ ਉਹਨਾਂ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ ਕਿ ਮੈਨੂੰ ਪਹਿਲਾਂ ਇੱਧਰਲੇ ਪਾਸੇ ਕਰ ਦਿਓ ਜੀ, ਮੇਰਾ ਹੱਲ ਕਰ ਦਿਓ। ਮੈਂ ਲੱਗਾ ਰਿਹਾ, ਪਰ ਉਹਨਾਂ ਨੇ ਮੈਨੂੰ ਮੇਰੀ ਪਿੱਠ ਥਾਪੜੀ ਹਮੇਸ਼ਾ, ਮੇਰੀ ਹਰ ਅਚੀਵਮੈਂਟ 'ਤੇ ਉਹੀ ਮੇਰੇ ਨਾਲ ਰਹੇ ਨੇ। ਸੂਰੀ ਸਾਹਿਬ, ਵੇਖਿਆ ਜਾਂਦਾ ਕਿ ਹਰ ਸ਼ਖਸ ਦੇ ਵਿੱਚ ਕੋਈ ਨਾ ਕੋਈ ਹਿਡਨ ਟੈਲੈਂਟ ਹੁੰਦਾ, ਪਰ ਤੁਸੀਂ ਆਪਣੇ ਕਿਸੇ ਵੀ ਟੈਲੈਂਟ ਨੂੰ ਲੁਕੋ ਕੇ ਨਹੀਂ ਰੱਖਿਆ, ਕਿਸੇ ਨਾ ਕਿਸੇ ਪਲੇਟਫਾਰਮ 'ਤੇ ਲਿਜਾ ਕੇ ਉਸ ਨੂੰ ਜ਼ਾਹਰ ਕੀਤਾ। ਸੋ ਅਗਲੀ ਗੱਲ ਕਰਾਂਗੇ ਕਿ ਵੇਖਿਆ ਜਾਂਦਾ ਕਿ ਤੁਸੀਂ ਖਬਰਾਂ ਵੀ ਬਹੁਤ ਵਧੀਆ ਪੜ੍ਹਦੇ ਹੋ ਔਰ ਜਿਸ ਲਿਹਾਜ਼ ਦੇ ਨਾਲ ਬੋਲਦੇ ਹੋ, ਵਾਕਈ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਜਲੰਧਰ ਦੂਰਦਰਸ਼ਨ 'ਤੇ ਜਾਂ DD1 ਦੇ ਉੱਪਰ ਨਿਊਜ਼ ਪੜ੍ਹੀਆਂ ਜਾਂਦੇ ਸੀ, ਐਜ਼ ਇਟ ਇਜ਼ ਤੁਹਾਡਾ ਉਹੀ ਲਹਿਜਾ ਹੁੰਦਾ। ਉਸ ਬਾਰੇ ਦੱਸੋ ਕਿ ਉਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ? ਇੱਕਦਮ ਗਾਇਕੀ, ਉਸ ਤੋਂ ਬਾਅਦ ਅਦਾਇਗੀ, ਅਤੇ ਫਿਰ ਨਿਊਜ਼ ਚੈਨਲਸ ਦੇ ਉੱਪਰ ਜਾਣਾ। ਉਹ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਉਹ ਕਿੱਦਾਂ ਦਾ ਸਫ਼ਰ ਸੀਗਾ, ਕਿਉਂਕਿ ਅਲੱਗ-ਅਲੱਗ ਜੌਨਰ ਨੇ, ਉਹਨਾਂ ਬਾਰੇ ਜਾਣਕਾਰੀ ਦਿਓ। ਮੈਂ ਵੈਸੇ ਜਰਨਲ ਫਿਜ਼ੀਸ਼ੀਅਨ ਦੇ ਤੌਰ 'ਤੇ ਮੈਡੀਕਲ ਪ੍ਰੈਕਟਿਸ ਕਰਦਾ ਰਿਹਾ ਆਪਣਾ। ਇਹ ਵੀ ਇੱਕ ਨਵਾਂ ਤੁਹਾਡਾ ਟੈਲੈਂਟ ਨਿਕਲ ਆਇਆ ਕਿ ਤੁਸੀਂ ਐਜ਼ ਏ ਡਾਕਟਰ ਵੀ ਕੰਮ ਕੀਤਾ ਹੈ। ਜੀ, ਮੈਂ ਮੈਡੀਕਲ ਪ੍ਰੈਕਟੀਸ਼ਨਰ ਸੀ, BYNS ਮੈਂ ਕੀਤਾ ਸੀ, ਯੋਗਾ, ਨੈਚੁਰੋਪੈਥੀ ਐਂਡ ਆਯੁਰਵੇਦ ਦੇ ਬੇਸਿਸ ਦੇ ਉੱਤੇ ਮੈਂ ਟਰੀਟਮੈਂਟਸ ਦਿੰਦਾ ਸੀ। ਅਤੇ ਉਸ ਦਰਮਿਆਨ ਜਦੋਂ ਮੇਰੇ ਕੋਲ ਸਮਾਂ ਹੋਣਾ ਤਾਂ ਮੈਂ ਕਾਫੀ ਜ਼ਿਆਦਾ ਖੋਜਬੀਨ ਕਰਦੇ ਰਹਿਣਾ ਵੀ ਮੈਨੂੰ ਪੰਜਾਬੀ ਲਿਖਣ ਦਾ ਬੜਾ ਸ਼ੌਂਕ ਸੀ, ਟਾਈਪ ਕਰਨ ਦਾ ਸ਼ੌਂਕ ਸੀ, ਮੈਨੂੰ ਸ਼ੌਂਕ ਸੀ। ਓਫੀਸ਼ੀਅਲੀ ਮੈਂ ਇਹਦੀ ਕੋਈ ਡਿਗਰੀ ਨਹੀਂ ਸੀ, ਡਿਪਲੋਮਾ ਨਹੀਂ ਸੀ ਕੀਤਾ ਹੋਇਆ। ਦੈਨ ਆਈ ਵੈਂਟ ਟੂ ਨਿਊਜ਼ ਏਜੰਸੀ, ਅਤੇ ਮੈਂ ਉਹਨਾਂ ਦੇ ਕੋਲ ਅਨਫੋਰਚੂਨੇਟਲੀ ਮੈਂ ਐਜ਼ ਅ ਪੰਜਾਬੀ ਟਾਈਪਿਸਟ ਉੱਥੇ ਜਦੋਂ ਜੁਆਇਨ ਕਰ ਲਿਆ।
ਟਾਈਪ ਕਰਦਿਆਂ ਮੈਂ ਖਬਰਾਂ ਪੜ੍ਹਨੀਆਂ, ਮੈਨੂੰ ਐਂ ਲੱਗਣਾ ਕਿ ਆਪਣੇ ਸੀਨੀਅਰ ਨਾਲ ਗੱਲ ਕਰਨੀ ਵੀ ਭਾਜੀ ਉਹ ਖਬਰਾਂ ਪੜ੍ਹ ਰਹੇ ਦੇਖੋ ਕਿੱਦਾਂ ਹੈ ਨਾ, ਫਲੋ ਬਹੁਤ ਤੇਜ਼ ਆਏ ਸਲੋ ਆਏ, ਡਿਸਕਸ਼ਨ ਹੁੰਦਾ ਰਹਿਣਾ। ਅਤੇ ਮੈਨੂੰ ਬਹੁਤ ਸਾਰੇ ਮੁਤਾਸਿਰ ਕਰਦੇ ਸੀ ਲੋਕ, ਮੈਂ ਬਹੁਤ ਸਾਰੇ ਲੋਕਾਂ ਤੋਂ ਮੁਤਾਸਿਰ ਹੋਇਆ, ਬੜੇ ਅੱਛੇ ਐਂਕਰ ਨੇ। ਪਰ ਰਮਨ ਕੁਮਾਰ ਜੀ ਜਿਹੜੇ ਡੀਡੀ ਪੰਜਾਬੀ ਦਾ ਇੱਕ ਪੰਜਾਬੀ ਖਬਰਾਂ ਦਾ ਜਿਹੜਾ ਚਿਹਰਾ, ਉਹ ਹਰ ਸ਼ਖਸ ਉਹਨਾਂ ਨੂੰ ਜਾਣਦਾ ਅਤੇ ਉਹਨਾਂ ਤੋਂ ਬੈਟਰ ਮੈਨੂੰ ਅੱਜ ਤੱਕ ਆਪਣੇ ਪੰਜਾਬੀ ਜੇ ਕੋਈ ਨਿਊਜ਼ ਰੀਡਰ ਮੈਂ ਦੇਖੇ ਨੇ ਅਤੇ ਉਹਨਾਂ ਤੋਂ ਅੱਗੇ ਮੈਂ ਕਿਸੇ ਨੂੰ ਨਹੀਂ ਰੱਖਿਆ, ਕਿਉਂਕਿ ਉਹਨਾਂ ਤੋਂ ਬਾਅਦ ਮੈਨੂੰ ਐਂ ਲੱਗਿਆ ਕਿ ਇੱਕ ਤਾਂ ਵੋਕਲ ਟੋਨ ਮੈਨੂੰ ਅੱਛਾ ਲੱਗਦਾ ਸੀ ਉਹਨਾਂ ਦਾ। ਫਿਰ ਉਹਨਾਂ ਨਾਲ ਬਕਾਇਦਾ ਸਮਾਂ ਪਿਆ, ਆਲ ਇੰਡੀਆ ਰੇਡੀਓ ਚਲੇ ਗਏ ਅਸੀਂ। ਸਭ ਤੋਂ ਪਹਿਲਾਂ ਮੈਂ ਐਗਜ਼ਾਮਸ ਦਿੱਤੇ, 2017 ਮੈਂ ਜੁਆਇਨ ਕੀਤਾ ਆਲ ਇੰਡੀਆ ਰੇਡੀਓ FM ਲੁਧਿਆਣਾ, ਅਤੇ ਉਹਦੀ ਸਕਰੀਨਿੰਗ ਔਰ ਐਗਜ਼ਾਮਸ ਦੇ ਵਿੱਚ ਵਾਹਿਗੁਰੂ ਨੇ ਟੌਪ 'ਤੇ ਰੱਖਿਆ। ਅਤੇ ਉਸ ਤੋਂ ਬਾਅਦ 3 ਸਾਲ ਉੱਥੇ ਕੰਮ ਕਰਦਿਆਂ ਹੋ ਚੁੱਕੇ ਸੀ, ਅਤੇ ਉਸ ਤੋਂ ਬਾਅਦ ਅਸੀਂ ਦੂਰਦਰਸ਼ਨ ਨੂੰ ਅਪਰੋਚ ਕੀਤਾ, ਅਤੇ ਦੂਰਦਰਸ਼ਨ ਦੇ ਵਿੱਚ ਜਦੋਂ ਵੈਕੈਂਸੀਜ਼ ਆਈਆਂ ਅਤੇ ਉਹਦੇ ਵੀ ਮੈਰਿਟ ਦੇ ਵਿੱਚ ਨਾਮ ਆਇਆ, 2nd ਪੋਜੀਸ਼ਨ ਆਈ, ਅਤੇ ਅੱਛਾ ਲੱਗਿਆ, ਸਾਰਿਆਂ ਦੀ ਹੱਲਾਸ਼ੇਰੀ ਮਿਲੀ। ਪਰ ਜਦੋਂ ਨਿਊਜ਼ ਦੇ ਉੱਤੇ ਜਾਣਾ ਸੀ ਅਤੇ ਨਿਊਜ਼ ਪੜ੍ਹਨਾ ਆਪਣੇ ਆਪ ਦੇ ਵਿੱਚ ਐਂ ਲੱਗ ਰਿਹਾ ਸੀਗਾ ਕਿ ਕਿਉਂਕਿ 120 ਮੁਲਕਾਂ ਦੇ ਵਿੱਚ ਡੀਡੀ ਪੰਜਾਬੀ ਲਾਈਵ ਤੁਹਾਨੂੰ ਲੈ ਕੇ ਜਾਂਦਾ, ਅਤੇ ਲਾਈਵ ਖਬਰਾਂ ਪੜ੍ਹਨ ਦਾ ਇੱਕ ਤਜਰਬਾ ਹੋਣਾ ਸੀ, ਔਨ ਸਕਰੀਨ ਬਹਿਣਾ ਲਾਈਵ ਕੈਮਰੇ ਦੇ ਅੱਗੇ, ਇੱਕ ਤਾਂ ਹੁੰਦਾ ਨਾ ਰਿਕਾਰਡ ਹੋ ਗਿਆ ਚਲੋ ਜੀ, ਅਤੇ ਉਹ ਬੜੇ ਐਡਵੈਂਚਰਸ, ਜਿੱਦਾਂ ਕਹਿ ਲਓ ਕਿ ਕਿਸੇ ਪਹਾੜ ਤੋਂ ਛਾਲ ਮਾਰਨ ਵਾਲਾ ਹੀ ਕੰਮ ਸੀ, ਵੀ ਇੰਨਾ ਜ਼ਿਆਦਾ ਐਡਵੈਂਚਰ ਸੀ ਲਾਈਵ ਹੋਣਾ ਪਹਿਲੀ ਵਾਰੀ। ਅਤੇ ਖਬਰਾਂ ਪੜ੍ਹਨ ਦਾ ਇੱਕ ਕਲਚਰ ਹੈ ਵੈਸੇ ਦੂਰਦਰਸ਼ਨ ਦੇ ਉੱਤੇ, ਕਿ ਉੱਥੇ ਅਸੀਂ ਜ਼ਿਆਦਾ ਹਾਈਪ ਦੇ ਕੇ ਖਬਰ ਨੂੰ ਨਹੀਂ ਕਦੀ ਵੀ ਪੜ੍ਹਦੇ, ਕਿਉਂਕਿ ਖਬਰ ਸੋਬਰ ਹੈ, ਸਰਕਾਰੀ ਚੈਨਲ ਹੈ, ਤਾਂ ਉੱਥੇ ਇੱਕ ਬੜੀ ਰੈਪੂਟੇਟਡ ਵੇ ਦੇ ਵਿੱਚ ਇੱਕ ਬੜੀ ਜ਼ਹਿਨੀਅਤ ਜਿਹੜੀ ਆ ਉਹ ਹੰਬਲ ਰੱਖ ਕੇ, ਔਰ ਤੁਹਾਡਾ ਇੱਕ ਫਲੋ ਕਿ ਹਰ ਗੱਲ ਔਰ ਜਿਹੜੀ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ। ਖਬਰ ਤੱਕ ਸੀਮਤ ਰਹਿਣਾ, ਅਸੀਂ ਉਹਦੇ 'ਚ ਮਸਾਲਾ ਨਹੀਂ ਪਾਉਂਦੇ, ਅਤੇ ਖਬਰਾਂ ਪੜ੍ਹ ਦਿੰਦੇ ਹਾਂ ਕਿ ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਮਰਜੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਤੋ ਬਹੁਤ ਵਧੀਆ। ਸੋ ਸੂਰੀ ਸਾਹਿਬ, ਜਿੱਥੇ ਤੁਸੀਂ ਗੱਲ ਕੀਤੀ, ਸੰਗੀਤ ਦੀ ਵੀ ਗੱਲ ਹੋ ਗਈ, ਅਦਾਇਗੀ ਦੀ ਵੀ ਗੱਲ ਹੋ ਗਈ, ਉਸ ਤੋਂ ਬਾਅਦ ਖਬਰਾਂ ਦੀ ਵੀ ਗੱਲ ਹੋ ਗਈ, ਤੁਸੀਂ ਵੌਇਸ ਓਵਰ ਵੀ ਕਰਦੇ ਹੋ, ਜਿਹੜੇ ਕਾਰਟੂਨ ਕਰੈਕਟਰਸ ਨੇ ਉਹਨਾਂ ਦੀ ਮਿਮਿਕਰੀ ਕਰਦੇ ਹੋ, ਵਿੱਚ ਵੌਇਸ ਓਵਰ ਵੀ ਦਿੰਦੇ ਹੋ, ਕਈ ਡਾਕੂਮੈਂਟਰੀਜ਼ ਤੁਹਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ, ਉਹਨਾਂ ਬਾਰੇ ਵੀ ਦੱਸੋ ਕਿ ਕਿੰਨਾ ਮੁੱਦਿਆਂ ਦੇ ਉੱਤੇ ਤੁਸੀਂ ਕੰਮ ਕੀਤਾ, ਕਿੰਨਾ ਚੈਨਲਸ ਦੇ ਲਈ ਤੁਸੀਂ ਕੰਮ ਕੀਤਾ, ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਰੀਸੈਂਟਲੀ ਮੈਂ ਇੱਕ ਪ੍ਰੋਜੈਕਟ ਹੁਣ ਕਰਕੇ ਆਇਆ ਸੀ, ਪਰਸੋਂ ਅਸੀਂ ਬੀਕਾਨੇਰ ਸੀਗੇ, ਅਤੇ ਬੀਕਾਨੇਰ ਤੋਂ ਜਦੋਂ ਅਸੀਂ ਵਾਪਸ ਆਏ ਤਾਂ ਇੱਕ VPRO ਕੰਪਨੀ ਹੈ, ਇੰਟਰਨੈਸ਼ਨਲ ਕੰਪਨੀ ਹੈ ਨੀਦਰਲੈਂਡ ਦੀ, ਉਹਦੇ ਲਈ ਮੈਂ ਸਿਮਲਟੇਨੀਅਸਲੀ ਐਜ਼ ਅ ਟਰਾਂਸਲੇਟਰ ਦੇ ਤੌਰ 'ਤੇ ਵੀ ਉਹਨਾਂ ਦੇ ਨਾਲ ਕੁਝ ਕੰਮ ਕੀਤਾ, ਅਤੇ ਵੌਇਸ ਓਵਰਸ ਕੀਤੇ ਇੰਗਲਿਸ਼ ਦੇ ਵਿੱਚ ਉਹਨਾਂ ਲਈ, ਬਟ ਜ਼ਿਆਦਾਤਰ ਕੰਮ ਕੀਤਾ ਅਸੀਂ ਪੰਜਾਬੀ ਜ਼ੁਬਾਨ ਦੇ ਲਈ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਵੌਇਸ ਓਵਰ ਦਾ ਜਿਹੜਾ ਕਰੀਅਰ ਸੀ ਉਹ ਸ਼ੁਰੂਆਤ ਜਿਹੜੀ ਉਹ ਪੰਜਾਬੀ ਜ਼ਬਾਨ ਦੇ ਨਾਲ ਹੋਇਆ, ਕਿਉਂਕਿ ਤਰਜਮਾ ਹੋਈਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ, ਪਰ ਪੰਜਾਬੀ ਜ਼ਬਾਨ ਦੇ ਵਿੱਚ ਆਡੀਓ ਬੁੱਕਸ ਨਹੀਂ ਸੀ ਅਵੇਲੇਬਲ ਹੈਗੀਆਂ, ਅਤੇ ਆਡੀਓ ਬੁੱਕਸ ਦੇ ਲਈ ਮੈਂ ਤਕਰੀਬਨ 30 ਤੋਂ ਜ਼ਿਆਦਾ ਕਿਤਾਬਾਂ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰ ਚੁੱਕਾ, ਔਰ ਕੁਝ ਇੱਕ ਪ੍ਰਾਈਵੇਟ ਚੈਨਲਸ ਦੇ ਲਈ ਉਹਨਾਂ ਦੇ ਕਾਰਟੂਨ ਕੈਰੈਕਟਰਸ ਨੂੰ ਡੱਬ ਕਰ ਚੁੱਕਾ, ਅਤੇ ਨਰੇਸ਼ਨ ਕਈ ਥਾਵਾਂ ਦੇ ਉੱਤੇ ਕਈ ਸ਼ਾਰਟ ਮੂਵੀਜ਼ ਦੀ ਕੀਤੀ ਜਾ ਚੁੱਕੀ ਆਲਰੇਡੀ, ਅਤੇ ਆਪਣੇ ਬਸ ਲੱਗੇ ਹਾਂ। ਵੌਇਸ ਓਵਰ ਦਾ ਜਿਹੜਾ ਇੱਕ ਅਲੱਗ ਚਾਮ ਹੈ, ਅਲੱਗ ਖੁਸ਼ੀ ਹੈ, ਵੌਇਸ ਡਬਿੰਗ ਐਂਡ ਵੌਇਸ ਐਕਟਿੰਗ ਦੀ ਦੋਵਾਂ ਦੇ ਵਿੱਚ ਇੰਜੋਏ ਕਰ ਰਹੇ ਹਾਂ। ਸੂਰੀ ਸਾਹਿਬ, ਅਕਸਰ ਕਿਹਾ ਜਾਂਦਾ ਕਿ ਅਸੀਂ ਇਨਸਾਨੀ ਜਾਮੇ ਦੇ ਵਿੱਚੋਂ ਕੋਈ ਵੀ ਇਨਸਾਨ 16 ਕਲਾਂ ਸੰਪੂਰਨ ਨਹੀਂ ਹੁੰਦਾ। ਜੀ ਬਿਲਕੁਲ। ਅਮਰਜੀਤ ਸਿੰਘ ਸੂਰੀ ਦਾ ਅਗਲਾ ਟਾਰਗੇਟ ਕੀ ਹੈ? ਕਿਉਂਕਿ ਵੱਖ-ਵੱਖ ਖਿੱਤਿਆਂ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਕੰਮ ਕਰ ਚੁੱਕੇ ਹੋ, ਸੋ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਜਿਹੜੀਆਂ ਬ੍ਰੇਕਾਂ ਲੱਗਣਗੀਆਂ ਕਿ ਐਜ਼ ਇਟ ਇਜ਼ ਇੱਦਾਂ ਹੀ ਚੱਲਣਾ, ਕਿਉਂਕਿ ਦੇਖੋ ਕਹਿੰਦੇ ਨੇ ਕਲਾਕਾਰ ਦਾ ਜਿਹੜਾ ਦਾਇਰਾ ਹੁੰਦਾ ਉਹ ਬਹੁਤ ਵੱਡਾ ਹੁੰਦਾ। ਕਲਾਕਾਰੀ ਜਿਹੜੀ ਹੈ, ਚਾਹੇ ਉਹ ਗੀਤਕਾਰੀ ਹੋਵੇ, ਚਾਹੇ ਸੰਗੀਤ ਦੇ ਨਾਲ ਜੁੜਿਆ ਹੋਵੇ, ਇਹ ਇੱਕ ਸਮੁੰਦਰ ਹੈ, ਜਿੰਨਾ ਗਹਿਰਾ ਜਾਵਾਂਗੇ ਉਹਨਾਂ ਕੁਝ ਨਾ ਕੁਝ ਬੰਦੇ ਨੂੰ ਮਿਲਦਾ ਰਹਿੰਦਾ। ਸੋ ਤੁਹਾਡਾ ਅਗਲਾ ਫਰਦਰ ਪਲਾਨਸ ਕੀ ਨੇ, ਕੀ ਅਚੀਵਮੈਂਟਸ ਕੀ ਕਰਨੀਆਂ ਚਾਹੁੰਦੇ ਹੋ, ਇੱਕ ਟੀਚਾ ਕੀ ਮਿਥਿਆ ਤੁਸੀਂ? ਟੀਚਾ ਜੋ ਪਹਿਲੇ ਦਿਨ ਸੀ ਉਦੋਂ ਧੁੰਦਲਾ ਵੀ ਸੀ, ਪਰ ਹੌਲੀ ਹੌਲੀ ਕਲੀਅਰ ਹੁੰਦੇ ਆ। ਸਿੰਗਰ ਦੇ ਤੌਰ ਦੇ ਉੱਤੇ, ਪਲੇਬੈਕ ਸਿੰਗਰ ਦੇ ਤੌਰ ਦੇ ਉੱਤੇ ਸਟੈਬਲਿਸ਼ ਹੋਣਾ ਮੇਰੀ ਪਹਿਲੀ ਇੱਕ ਚਾਹਤ ਸੀ ਬਚਪਨ ਤੋਂ ਲੈ ਕੇ ਹੁਣ ਤੱਕ, ਕਿ ਮੈਂ ਬਾਲੀਵੁੱਡ ਇੰਡਸਟਰੀ ਦੇ ਲਈ ਗਾਵਾਂ। ਹਾਲਾਂਕਿ ਹਲੇ ਮੈਂ ਪੰਜਾਬੀ ਇੰਡਸਟਰੀ ਲਈ ਵੀ ਨਹੀਂ ਗਾਇਆ ਨਹੀਂ ਮੈਂ ਕਿਸੇ ਲਈ ਹਾਲੇ, ਮਤਲਬ ਮੇਰਾ ਆਫੀਸ਼ੀਅਲੀ ਮੈਂ ਮਿਊਜ਼ਿਕ ਸਿਖਾਉਂਦਾ ਜ਼ਰੂਰ ਹਾਂ, ਪਰ ਉਮੀਦ ਕਰਦਾ ਕਿ ਜਲਦੀ ਪੰਜਾਬੀ ਇੰਡਸਟਰੀ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਬਤੌਰ ਸਿੰਗਰ ਵੀ ਕੰਮ ਕਰ ਪਾਵਾਂ। ਅਤੇ ਬਾਕੀ ਸਰੋਤੇ ਦਰਸ਼ਕ ਨੇ ਆਪਣੀ ਪਰਖ ਦੀ ਜਿਹੜੀ ਤਕੜੀ ਉਹਦੇ 'ਚ ਤੋਲਣਗੇ ਅਤੇ ਫਿਰ ਦੱਸਣਗੇ ਕਿ ਹਾਂਜੀ ਤੁਸੀਂ ਕਿਸ ਕਾਬਲ ਹੋ। ਅਤੇ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਇਹ ਮੂਵੀ ਕੀਤੀ ਹੈ ਸਰਦਾਰ ਉਦਮ, ਉਹਦੇ 'ਚ ਅਦਾਇਗੀ ਜਿਹੜੀ ਅਦਾਕਾਰੀ ਕਰ ਚੁੱਕੇ ਹਾਂ, ਪਰ ਅੱਗੇ ਹੋਰ ਉਮੀਦ ਵੱਧ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਤੁਹਾਨੂੰ ਸਰਾਹ ਦਿੰਦੇ ਨੇ ਕਿ ਅਮਰਜੀਤ ਬੜਾ ਵਧੀਆ ਕਰ ਦਿੱਤਾ, ਅਤੇ ਕਿ ਬੜਾ ਵਧੀਆ ਕਰਨ ਦੇ ਲਈ ਅਸੀਂ ਜਿੰਨੀ ਮਿਹਨਤ ਕੀਤੀ ਸੀ ਉਹ ਤਾਂ ਉਹਨਾਂ ਨੇ ਸਾਨੂੰ ਫਲ ਦੇ ਦਿੱਤਾ ਕਿ ਹਾਂਜੀ ਯੂ ਹੈਵ ਡਨ,
ਤੁਸੀਂ ਕਰ ਲਿਆ। ਫਿਰ ਅਗਰ ਤਾਂ ਮੈਂ ਆਪਣੀ ਸੋਚ ਦੱਸਾਂ, ਮੈਨੂੰ ਇੰਝ ਲੱਗਦਾ ਜਦੋਂ ਕੋਈ ਤੁਹਾਡੀ ਤਾਰੀਫ ਕਰ ਦਿੰਦਾ ਹੈ, ਉੱਥੋਂ ਤੁਹਾਡੀ ਮਿਹਨਤ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਕਿ ਹੁਣ ਇਸ ਤੋਂ ਅੱਗੇ ਕੀ, ਇਹਨਾਂ ਨੂੰ ਤੁਸੀਂ ਪ੍ਰਭਾਵਿਤ ਕਰ ਲਿਆ, ਖਤਮ ਹੋ ਗਈ ਤੁਹਾਡੀ ਮਿਹਨਤ ਜਿਹੜੀ ਕੀਤੀ ਸੀ, ਹੁਣ ਇਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਜਿਹੜੇ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਨੇ। ਸੋ ਇੱਕ ਆਰਟਿਸਟ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ, ਜਿਸ ਤਰ੍ਹਾਂ ਮੈਨੂੰ ਲੱਗਦਾ ਕਿ ਮੈਂ ਕਰਦਾ ਰਹਿਣਾ, ਤੇ ਵਾਹਿਗੁਰੂ ਕਿਰਪਾ ਕਰੇ, ਮੇਰੀ ਮਾਂ ਮੇਰੇ ਤੇ ਜਿੱਥੇ ਵੀ ਹੈ ਉਹ ਆਸ਼ੀਰਵਾਦ ਬਣਾਈ ਰੱਖੇ, ਤੇ ਮੈਂ ਇਹ ਜਿਹੜੀ ਸਿੱਖਣ ਦੀ ਜਿਹੜੀ ਹੈ ਚੇਟਕ ਉਹ ਹਮੇਸ਼ਾ ਰਹੂਗੀ, ਤੇ ਸਿੱਖ ਕੇ ਹੀ ਅੱਗੇ ਵੱਧਦਾ ਜੀ। ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਸੋ ਇਹ ਸਨ ਸਾਡੇ ਨਾਲ ਮਲਟੀ ਟੈਲੈਂਟਡ ਅਮਰਜੀਤ ਸਿੰਘ ਸੂਰੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਸੰਗੀਤ ਦੇ ਵਿੱਚ ਜਿਹੜਾ ਪਹਿਲਾ ਪੈਰ ਧਰਿਆ, ਕਿੱਥੋਂ ਉਹਨਾਂ ਨੂੰ ਚੇਟਕ ਲੱਗੀ ਔਰ ਕਿਹਨਾਂ ਉਸਤਾਦਾਂ ਤੋਂ ਉਹ ਸਿੱਖ ਕੇ ਸੰਗੀਤ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਇਹ ਨਾਮਣਾ ਖੱਟਿਆ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਅਦਾਇਗੀ ਦੀ ਜਾਂ ਫਿਰ ਖਬਰਾਂ ਦੀ, ਹਰ ਇੱਕ ਟੈਲੈਂਟ ਇਹਨਾਂ ਦੇ ਵਿੱਚ ਮੌਜੂਦ ਹੈ ਔਰ ਉਸ ਨੂੰ ਜ਼ਾਹਰ ਵੀ ਇਹਨਾਂ ਨੇ ਵੱਖ-ਵੱਖ ਪਲੇਟਫਾਰਮਸ 'ਤੇ ਕੀਤਾ। ਸੋ ਸਾਡਾ ਮੈਸੇਜ ਦਰਸ਼ਕਾਂ ਨੂੰ ਇਹ ਵੀ ਹੈ ਕਿ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਤੇ ਇਹ ਇੱਕ ਦਾਗ ਲੱਗਦਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਨੇ ਜਾਂ ਗੈਂਗਸਟਰਵਾਦ ਦੇ ਵਿੱਚ ਜਾ ਰਹੇ ਨੇ ਜਾਂ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ। ਸੋ ਇਦਾਂ ਦੇ ਨੌਜਵਾਨ, ਇਦਾਂ ਦੇ ਕਲਾਕਾਰ ਜਿਹੜੇ ਨੇ ਉਹਨਾਂ ਦੇ ਲਈ ਇੱਕ ਮੀਲ ਪੱਥਰ ਨੇ ਕਿ ਪੰਜਾਬ ਦੇ ਵਿੱਚ ਨਾ ਤਾਂ ਕਲਾ ਦੀ ਕਮੀ ਹੈ, ਨਾ ਕਲਾ ਪ੍ਰੇਮੀਆਂ ਦੀ ਕਮੀ ਹੈ। ਜ਼ਰੂਰਤ ਹੈ ਇੱਕ ਵਧੀਆ ਪਲੇਟਫਾਰਮ ਦੀ। ਸੋ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ, ਆਪਣੇ ਅੰਦਰ ਦੀ ਜਿਹੜੀ ਕਲਾ ਉਸ ਨੂੰ ਐਸਟੈਬਲਿਸ਼ ਕਰਕੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਸ।